ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਵੂਮਨ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਕੁਸੁਮ ਤੇ ਮੇਰੇ ਨਾਲ ਨੇ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਮਨ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਆ ਜੀ, ਬਹੁਤ ਵਧੀਆ ਜੀ। ਵੈਸੇ ਤਾਂ ਮੌਸਮ ਦੇ ਵਿੱਚ ਥੋੜੀ ਜਿਹੀ ਠੰਡਕ ਆ ਗਈ ਹੈ, ਪਰ ਆਲੇ ਦੁਆਲੇ ਕਿਉਂਕਿ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਤੇ ਉਹ ਨਾ ਇਦਾਂ ਹੋਈ ਪਈ ਆ ਵੀ ਪੇਪਰਾਂ ਦਾ ਦਿਨ ਜਿਵੇਂ ਨੇੜੇ ਆਉਣਾ ਹੁੰਦਾ ਹੈ ਤੇ ਸਾਰੇ ਉਮੀਦਵਾਰਾਂ ਨੂੰ ਇਸ ਲਈ ਥੋੜਾ ਜਿਹਾ ਟੈਨਸ਼ਨ ਪਈ ਹੋਈ ਹੈ ਤੇ ਮਾਹੌਲ ਗਰਮ ਹੀ ਲੱਗ ਰਿਹਾ। ਔਰ ਉਹ ਪੇਪਰ ਦੇ ਦਿਨ ਤੋਂ ਜ਼ਿਆਦਾ ਜਿਹੜੀ ਬੇਸਬਰੀ ਨਾਲ ਉਡੀਕ ਹੈ ਉਹ ਹੈ ਰਿਜ਼ਲਟ ਦੇ ਦਿਨ ਦੀ। ਜੀ ਬਿਲਕੁਲ। ਕਿ ਆਖਿਰਕਾਰ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਹੈ, ਕਿਹਦੇ ਹੱਥ 'ਚ ਕਮਾਨ ਹੋਏਗੀ, ਕਿਹੜਾ ਕੁਰਸੀ ਦੇ ਉੱਪਰ ਉਹ ਪੋਲੀ ਕੁਰਸੀ ਤੇ ਬੈਠਣ ਦਾ ਕਿਹਨੂੰ ਮੌਕਾ ਮਿਲੇਗਾ। ਵਾਕਈ ਮੈਨੂੰ ਲੱਗਦਾ ਹੁੰਦਾ ਵੀ ਬੜੀ ਆਰਾਮਦਾਇਕ ਬੜੀ ਪੋਲੀ ਜੀ ਕੁਰਸੀ ਹੋਣੀ ਹੈ ਜਿਹਦੇ ਪਿੱਛੇ ਇੰਨੀਆਂ ਲੜਾਈਆਂ, ਇੰਨੇ ਝਗੜੇ, ਇੰਨੀ ਜਦੋਜਹਿਦ ਕੀਤੀ ਜਾਂਦੀ ਹੈ ਨਾ, ਵੀ ਕੁਝ ਖਾਸ ਫਾਰਮ ਦੀ ਬਣੀ ਕੁਰਸੀ ਪੋਲੀ ਹੈ। ਜਦ ਤੱਕ ਕੰਮ ਨਹੀਂ ਕਰਨਾ ਤਦ ਤੱਕ ਕਾਹਦਾ ਉਹਦਾ ਟੈਨਸ਼ਨ ਆ, ਕਿਉਂਕਿ ਵੈਸੇ ਤਾਂ ਉਹ ਜ਼ਿੰਮੇਵਾਰੀ ਵਾਲੀ ਕੁਰਸੀ ਆ, ਪਰ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਹੀ ਨਹੀਂ, ਜਿਨ੍ਹਾਂ ਨੇ ਮੰਨਣਾ ਹੀ ਨਹੀਂ, ਜਿਨ੍ਹਾਂ ਨੇ ਆਪ ਹੀ ਖਾਣਾ ਹੈ, ਜਿਨ੍ਹਾਂ ਨੇ ਲੋਕਾਂ ਦਾ ਕੁਝ ਸੋਚਣਾ ਹੀ ਨਹੀਂ, ਉਹਨਾਂ ਨੂੰ ਤਾਂ ਫਿਰ ਆਰਾਮ ਹੀ ਹੈ ਜੀ। ਪਰ ਇੱਕ ਸੁੱਖ ਦੀ ਗੱਲ ਉਹ ਇਹ ਹੈ ਕਿ ਹੁਣ ਲੋਕ ਜਾਗ ਰਹੇ ਨੇ। ਬਿਲਕੁਲ, ਹੁਣ ਲੋਕਾਂ ਦੇ ਅੰਦਰ ਜਾਗਰੂਕਤਾ ਪੈਦਾ ਹੋ ਰਹੀ ਹੈ, ਸਵਾਲ ਪੁੱਛਣ ਲੱਗ ਪਏ ਜੀ, ਔਰ ਇਹ ਇੱਕ ਚੰਗਾ ਸੰਕੇਤ ਹੈ। ਮੈਂ ਅੱਗੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ। ਸੋ ਖੈਰ ਇਹ ਚੋਣਾਂ ਦੇ ਮਾਹੌਲ ਦੇ ਵਿੱਚ ਹਰ ਪਾਸਿਓਂ ਹੁਣ ਇਸ ਵੇਲੇ ਹਰੇਕ ਦਾ ਜ਼ੋਰ ਲੱਗਿਆ ਹੋਇਆ, ਹਰੇਕ ਪਾਰਟੀ ਦੇ ਨੁਮਾਇੰਦੇ ਦਾ ਜ਼ੋਰ ਲੱਗਿਆ ਹੋਇਆ ਵੀ ਕਿਤੇ ਕੋਈ ਕਮੀ ਨਾ ਰਹਿ ਜਾਵੇ, ਸਾਡੀ ਪਾਰਟੀ ਕਿਸੇ ਗੱਲੋਂ ਕਿਸੇ ਪੱਖ ਤੋਂ ਪਿੱਛੇ ਨਾ ਰਹਿ ਜਾਵੇ, ਅਸੀਂ ਕਿਤੇ ਬਾਅਦ ਵਿੱਚ ਨਾ ਸਾਨੂੰ ਪਛਤਾਉਣਾ ਪੈ ਜਾਵੇ, ਇਸ ਲਈ ਹੁਣੇ ਮੌਕੇ ਨੂੰ ਸਾਂਭ ਲਈਏ। ਜੀ ਜੀ। ਸੋ ਉਹਦੇ ਲਈ ਵੱਖੋ ਵੱਖਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਵੱਖੋ ਵੱਖਰੇ ਹੱਥਕੰਡੇ ਅਪਣਾਏ ਜਾ ਰਹੇ ਨੇ, ਵੱਖੋ ਵੱਖਰੀ ਦੌੜ ਭੱਜ ਕੀਤੀ ਜਾ ਰਹੀ ਹੈ। ਸਾਰਾ ਦਿਨ ਏਸੀ ਦੀ ਹਵਾ ਛੱਡ ਕੇ ਹਨਾ, ਕਮਰਿਆਂ ਦੇ ਵਿੱਚ ਆਰਾਮ ਫਰਮਾਉਣਾ ਛੱਡ ਕੇ ਸੜਕਾਂ ਤੇ ਨਿਕਲਿਆ ਜਾ ਰਿਹਾ, ਧੁੱਪੇ ਘੁੰਮਿਆ ਫਿਰਿਆ ਜਾ ਰਿਹਾ, ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਲੋਕਾਂ ਦੇ ਨਾਲ ਗੱਲਬਾਤ ਹੋ ਰਹੀ ਹੈ, ਸੰਬੋਧਨ ਕੀਤਾ ਜਾ ਰਿਹਾ ਹੈ, ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਨੇ, ਲਾਰੇ ਲਾਏ ਜਾ ਰਹੇ ਨੇ, ਸਾਰਾ ਕੁਝ ਦੌੜ ਭੱਜ। ਇਹਨਾਂ 2-3 ਮਹੀਨਿਆਂ ਦੀ ਮਿਹਨਤ ਨਾਲ ਹੀ ਤਾਂ ਬਾਕੀ 8-9 ਮਹੀਨੇ ਬਹਿ ਕੇ ਖਾਣਾ ਆਪਾਂ। 8-9 ਮਹੀਨੇ ਕਿਉਂ ਕੁਸਮ ਜੀ, 5 ਸਾਲ ਹੈ ਨਾ। ਉਹੀ ਨਹੀਂ ਵੀ ਮਤਲਬ ਜਿੰਨੇ ਸਾਲ ਦੇ ਪੂਰੇ ਦਿਨ ਦੇ ਵਿੱਚ 8-9 ਮਹੀਨੇ ਜਿਹੜੇ ਸਾਲ ਦੇ ਵਿੱਚ ਨੇ, ਇਹਨੇ ਤਾਂ ਹੀ ਬਹਿ ਕੇ ਖਾਵਾਂਗੇ ਆਪਾਂ। ਇਹ 3 ਮਹੀਨਿਆਂ ਦੀ ਜਿਹੜੀ ਮਿਹਨਤ ਆ, ਇਹ ਉੱਥੇ ਬਾਅਦ ਵਿੱਚ ਅਸਰ ਦਿਖਣਾ ਨਾ ਇਹਦਾ। ਐਂ ਤਾਂ ਨਾ ਕਰੋ। ਖੈਰ ਇਹ ਵੋਟਾਂ ਵੈਸੇ ਬੜੀਆਂ ਖਾਸ ਨੇ ਕੁਸਮ ਜੀ। ਮੈਨੂੰ ਨਾ ਇੱਕ, ਕਿਉਂਕਿ ਜੇ ਆਪਾਂ ਪਿਛਲੀ ਝਾਤ ਮਾਰੀਏ ਤਾਂ ਉਹਨਾਂ ਵੋਟਾਂ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਸੀ ਜਿਹੜੀਆਂ ਇਹਨਾਂ ਵੋਟਾਂ ਨਾਲੋਂ ਮੰਨਫੀ ਸੀਗੀਆਂ, ਹਨਾ, ਪਰ ਕੁਝ ਇੱਕ ਬਦਲਾਅ ਵੀ ਆਏ ਨੇ। ਜਿਵੇਂ ਪਹਿਲਾਂ ਹੁੰਦਾ ਸੀ ਵੀ ਵੱਡੇ ਸਪੀਕਰਾਂ ਦੇ ਵਿੱਚ ਅਨਾਉਂਸਮੈਂਟਾਂ, ਇਧਰੋਂ ਆਟੋ ਜਾ ਰਿਹਾ ਕਿਸੇ ਹੋਰ ਪਾਰਟੀ ਦਾ, ਉਧਰੋਂ ਆ ਰਿਹਾ ਕਿਸੇ ਹੋਰ ਪਾਰਟੀ ਦਾ, ਸਮਝ ਨਹੀਂ ਲੱਗਦੀ ਕੌਣ ਕਿਹਨੂੰ ਪ੍ਰਚਾਰੀ ਜਾਂਦਾ ਹੈ, ਕਿਹਦੀ ਫੋਟੋ ਲੱਗੀ, ਹਨਾ। ਇਹ ਮਾਹੌਲ ਹੁੰਦਾ ਸੀ। ਘਰ ਬੈਠਿਆਂ ਨੂੰ ਪਤਾ ਨਾ ਲੱਗਣਾ ਵੀ ਸੜਕ ਤੇ ਕਿਹੜੀ ਪਾਰਟੀ ਦਾ ਆਟੋ ਘੁੰਮਦਾ ਪਿਆ, ਕਿਉਂਕਿ 2-2-3 ਇਕੱਠੇ ਆਟੋ ਘੁੰਮਦੇ ਹੁੰਦੇ ਸੀ, ਸਾਰਿਆਂ ਨੇ ਇਕੱਠਿਆਂ ਨੇ ਬੋਲੀ ਜਾਣਾ, ਆਪਣਾ ਸੰਗ ਪਾੜੀ ਜਾਣਾ, ਹਨਾ, ਵੀ ਵੋਟ ਸਾਨੂੰ ਪਾਓ। ਪਰ ਇਹ ਵਾਲਾ ਮਾਹੌਲ ਇਸ ਵਾਰ ਨਹੀਂ ਵੇਖਣ ਨੂੰ ਮਿਲਿਆ। ਇਹਦੇ ਪਿੱਛੇ ਕੁਝ ਵੀ ਕਾਰਨ ਹੋ ਸਕਦੇ ਨੇ, ਹਨਾ। ਐਤਕੀ ਲੀਡਰ ਵੀ ਥੋੜੇ ਡਰੇ ਹੋਏ ਜੇ, ਥੋੜੇ ਸਹਿਮੇ ਜੇ, ਥੋੜੇ ਜਿਹਾ ਲੱਗ ਰਹੇ ਨੇ। ਆਟੋ ਤਾਂ ਆਏ ਨੇ ਪਰ ਪਹਿਲਾਂ ਨਾਲੋਂ ਘੱਟ ਆਏ ਜੀ। ਉਹੀ ਨਾ ਵੀ ਇਕੱਠੀਆਂ ਆਵਾਜ਼ਾਂ ਨਹੀਂ ਆ ਰਹੀਆਂ, ਕਿਤੇ ਥੋੜੀ ਦੇਰ ਬਾਅਦ ਇੱਕ ਆਵਾਜ਼ ਇਕੱਲੀ ਸੁਣਦੀ ਹੈ, ਹਨਾ। ਨਹੀਂ ਦੇਖੋ, ਉਹਨਾਂ ਨੇ ਥੋੜਾ ਜਿਹਾ ਸਿਸਟਮ ਠੀਕ ਕੀਤਾ ਨਾ, ਵੀ ਏਦਾਂ ਪਤਾ ਨਹੀਂ ਲੱਗਦਾ ਸੀਗਾ ਵੀ ਕਿਹੜਾ ਕਿਹਦੇ ਲਈ ਵੋਟ ਮੰਗਦਾ। ਹੁਣ ਏਦਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸੁਣਦਾ ਜੀ। ਪਰ ਇਹਨਾਂ ਵੋਟਾਂ ਦੇ ਵਿੱਚ ਖੈਰ ਵੈਸੇ ਵੀ ਆਪਾਂ ਇਸ ਮੁੱਦੇ ਦੇ ਉੱਪਰ ਅੱਗੇ ਵੀ ਗੱਲ ਕਰ ਚੁੱਕੇ ਹਾਂ, ਪਰ ਅੱਜ ਕੁਝ ਅੰਕੜੇ ਸਾਹਮਣੇ ਆਏ, ਪੂਰੀ ਤਰ੍ਹਾਂ ਦੇ ਨਾਲ ਇੱਕ ਰਿਪੋਰਟ ਸਾਹਮਣੇ ਆ ਗਈ, ਜਿਹਦੇ ਕਰਕੇ ਅਸੀਂ ਸੋਚਿਆ ਵੀ ਕਿਉਂ ਨਾ ਇਸ ਮੁੱਦੇ ਤੇ ਦੁਬਾਰਾ ਤੋਂ ਝਾਤ ਮਾਰੀਏ। ਤੇ ਇਹਨਾਂ ਵੋਟਾਂ ਦੇ ਵਿੱਚ ਜੇ ਔਰਤਾਂ ਦੀ ਗੱਲ ਕੀਤੀ ਜਾਏ ਤਾਂ ਔਰਤਾਂ ਦੇ ਮੁੱਦੇ ਮੰਨਫੀ ਨੇ, ਪਰ ਕੁਝ ਇੱਕ ਔਰਤਾਂ ਜ਼ਰੂਰ ਮੂਹਰੇ ਆ ਕੇ ਸਾਰਾ ਕੁਝ ਕਰਦੀਆਂ ਪਈਆਂ ਨੇ, ਰਲਿਆ ਮਿਲਿਆ ਜਾਏ। ਪਰ ਇਸ ਚੀਜ਼ ਦਾ ਅਫਸੋਸ ਜ਼ਰੂਰ ਹੈ ਕਿ 33% ਦੀ ਰਾਖਵਾਂਕਰਨ ਹੈ, ਪਰ ਉਸਦੇ ਬਾਵਜੂਦ ਵੀ ਔਰਤਾਂ ਨੂੰ ਟਿਕਟਾਂ ਵੰਡਣ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਦੇ ਵਿੱਚ ਮੂਹਰੇ ਨਹੀਂ ਰੱਖਿਆ ਗਿਆ। ਟਿਕਟਾਂ ਦੀ ਗੱਲ ਵੀ ਹੈ ਹਰਮਨ ਜੀ, ਔਰ ਜੇ ਗੱਲ ਕਰੀਏ ਵੋਟਾਂ ਦੇ ਵਿੱਚ, ਚੋਣਾਂ ਦੇ ਵਿੱਚ ਹਿੱਸੇਦਾਰੀ ਦੀ, ਤਾਂ ਇਹ ਜਿਹੜਾ ਹੱਕ ਆ ਇਹ ਵੀ ਔਰਤਾਂ ਨੂੰ ਬਹੁਤ ਸਾਲ ਪਹਿਲਾਂ ਮਿਲ ਗਿਆ ਸੀ। ਔਰ ਹੁਣ ਜਿਹੜੀਆਂ 65% ਦੀ ਔਰਤਾਂ ਨੇ ਉਹ ਇਹਦੇ ਵਿੱਚ ਹਿੱਸਾ ਵੀ ਲੈਂਦੀਆਂ ਨੇ ਵੋਟਿੰਗ ਦੇ ਵਿੱਚ, ਪਰ ਫਿਰ ਵੀ ਉਹਨਾਂ ਦੇ ਮੁੱਦੇ ਮੰਨਫੀ ਨੇ, ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਜਿਹੜੇ ਔਰਤਾਂ ਦੇ ਮੁੱਦੇ ਨੇ ਉਹ ਤਾਂ ਉਹਨਾਂ ਤੋਂ ਪੁੱਛੇ ਹੀ ਨਹੀਂ ਜਾਂਦੇ ਵੀ ਤੁਹਾਡੀਆਂ ਕੀ ਸਮੱਸਿਆਵਾਂ ਨੇ। ਘਰ ਦੇ ਜਿਹੜੇ ਮਰਦ ਨੇ ਉਹੀ ਗੱਲਬਾਤ ਕਰਕੇ ਆ ਜਾਂਦੇ ਨੇ ਤੇ ਔਰਤਾਂ ਵਿਚਾਰੀਆਂ ਘਰੇ ਬੈਠੀਆਂ ਰਹਿੰਦੀਆਂ ਨੇ। ਕੁਸਮ ਜੀ ਗੱਲ ਇਹ ਹੈ ਕਿ ਨਾ ਅੱਜ ਮੈਂ ਇੱਕ ਖਬਰ ਪੜ੍ਹ ਰਹੀ ਸੀ, ਖੈਰ ਉਹਦਾ ਇਹਨਾਂ ਚੋਣਾਂ ਦੇ ਨਾਲ ਤਾਂ ਕੋਈ ਲੈਣ ਦੇਣ ਨਹੀਂ ਹੈਗਾ, ਪਰ ਉਹ ਖਬਰ ਪੜ੍ਹ ਕੇ ਮੈਨੂੰ ਹਾਸਾ ਬੜਾ ਆਇਆ, ਕਿਉਂਕਿ ਉਸ ਖਬਰ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਪਿੰਡ ਦੀ ਸਰਪੰਚ ਫਲਾਣੀ ਕੌਰ ਦੇ ਪਤੀ ਫਲਾਣਾ ਸਿੰਘ ਨੇ ਦੱਸਿਆ।
ਹਨਾ ਕਿਸੇ ਪਿੰਡ ਨੂੰ ਲੈ ਕੇ ਕੋਈ ਖਬਰ ਸੀ ਤੇ ਮੈਨੂੰ ਬੜਾ ਹਾਸਾ ਆਇਆ ਵੀ ਸਰਪੰਚਣੀ ਤਾਂ ਉਹ ਹੈ ਪਰ ਦੱਸਿਆ ਫਿਰ ਪਤੀ ਨਹੀਂ, ਮਤਲਬ ਇਹ ਰੀਤੀ ਰਿਵਾਜ ਜਿਹੜਾ ਉਹ ਖਤਮ ਨਹੀਂ ਹੋ ਸਕਦਾ। ਮੈਂ ਹਰਮਨ ਜੀ ਇੱਕ ਦਿਨ ਖਬਰ ਪੜ ਰਹੀ ਸੀਗੀ, ਮੈਨੂੰ ਹੁਣ ਪਿੰਡ ਦਾ ਨਾਮ ਭੁੱਲ ਗਿਆ, ਕੋਈ ਪਿਛੜਿਆ ਹੋਇਆ ਇਲਾਕਾ ਸੀਗਾ, ਉੱਥੇ ਦੀਆਂ ਔਰਤਾਂ ਦੇ ਨਾਲ ਗੱਲਬਾਤ ਕੀਤੀ ਗਈ ਵੀ ਤੁਸੀਂ ਵੋਟ ਕਿਹਨੂੰ ਪਾਉਣੀ ਹੈ ਇਸ ਵਾਰੀ, ਤਾਂ ਉਹ ਕਹਿੰਦੀਆਂ ਵੀ ਜਿੱਥੇ ਸਾਡੇ ਪਤੀ ਨੇ ਕਹਿਣਾ ਉੱਥੇ ਅਸੀਂ ਪਾ ਦੇਣੀ ਆ। ਉਹਨਾਂ ਨੇ ਅੱਗੇ ਸਵਾਲ ਕੀਤਾ ਵੀ ਤੁਹਾਡੀ ਵੀ ਤਾਂ ਹਿੱਸੇਦਾਰੀ ਹੈ ਨਾ, ਤੁਹਾਡੀਆਂ ਵੀ ਤਾਂ ਸਮੱਸਿਆਵਾਂ ਨੇ, ਜਿਹੜਾ ਬੰਦਾ ਤੁਹਾਡੀਆਂ ਸਮੱਸਿਆਵਾਂ ਹੱਲ ਕਰੂਗਾ ਤੁਸੀਂ ਉਹਨੂੰ ਪਾਇਓ। ਕਹਿੰਦੀ ਸਾਨੂੰ ਕੀ ਪਤਾ ਵੀ ਸਾਡੀਆਂ ਸਮੱਸਿਆਵਾਂ ਦਾ ਹੱਲ ਕਿਹਨੇ ਕਰਨਾ ਹੈ, ਸਾਡੇ ਘਰ ਵਾਲੇ ਨੇ ਜਿਹਨੂੰ ਕਹਿ ਦੇਣਾ ਜਿਹੜਾ ਉਹਦੀਆਂ ਸਮੱਸਿਆਵਾਂ ਦਾ ਹੱਲ ਕਰ ਗਿਆ ਉਹਨੂੰ ਅਸੀਂ ਵੋਟ ਪਾ ਦੇਣੀ। ਇਹ ਸੱਚਾਈ, ਇਹ ਤਾਂ ਹਾਲ ਹੈ, ਇਹ ਸੱਚਾਈ ਹੈ। ਪਰ ਕੁਸਮ ਜੀ ਪੰਜਾਬ ਦੇ ਵਿੱਚ ਜੇਕਰ ਆਪਾਂ ਟਿਕਟਾਂ ਦੀ ਵੰਡ ਦੀ ਗੱਲ ਕਰੀਏ ਤਾਂ ਔਰਤਾਂ ਦੀ ਕਿੰਨੀ ਕੁ ਹਿੱਸੇਦਾਰੀ ਆ ਉਹ ਇਸ ਵਾਰ ਜਿਹੜੀਆਂ 17ਵੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਇਹਦੇ 'ਚ ਜਿਸ ਤਰੀਕੇ ਨਾਲ ਜਿਹੜੀਆਂ ਮਾਨਤਾ ਪ੍ਰਾਪਤ ਪਾਰਟੀਆਂ ਨੇ ਜਿਵੇਂ ਉਹਨਾਂ ਨੇ ਔਰਤਾਂ ਨੂੰ ਟਿਕਟਾਂ ਵੰਡੀਆਂ ਨੇ ਉਹਦੇ ਤੋਂ ਹਿੱਸੇਦਾਰੀ ਸਾਫ਼ ਝਲਕ ਪੈਂਦੀ ਹੈ ਹਨਾ। ਉਹਦੇ ਕੁਝ ਅੰਕੜੇ ਜਿਹੜੇ ਨੇ ਉਹ ਮੈਂ ਲਿਖ ਕੇ ਲਿਆਈਆਂ ਕਿ ਇਹ ਅੰਕੜੇ ਜਿਹੜੀ ਇੱਕ ਰਿਪੋਰਟ ਮੈਂ ਅਖਬਾਰ 'ਚ ਪੜ੍ਹੀ, ਇਹ ਅੰਕੜੇ ਉਹਦੇ ਮੁਤਾਬਕ ਨੇ। ਉਹਦੇ 'ਚ ਲਿਖਿਆ ਹੋਇਆ ਸੀ, ਕਹਿੰਦੇ ਕਿ ਪੰਜਾਬ ਦੀਆਂ ਸਾਰੀਆਂ ਜਿਹੜੀਆਂ 13 ਸੀਟਾਂ ਨੇ ਉਹਨਾਂ ਦੇ ਵਿੱਚ ਚੋਣਾਂ ਜਿਹੜੇ ਲੜ ਰਹੇ ਨੇ ਉਮੀਦਵਾਰ ਉਹ ਕੋਈ 278 ਨੇ ਜੀ, ਔਰ ਉਹਨਾਂ ਦੇ ਵਿੱਚੋਂ ਸਿਰਫ 25 ਯਾਨੀ ਕਿ 8.99% ਹੀ ਔਰਤਾਂ ਨੇ। ਅੱਛਾ, 278 ਚੋਂ ਸਿਰਫ 25 ਨੇ। ਅੱਛਾ, ਜਿਨ੍ਹਾਂ ਨੇ ਮਤਲਬ ਜਿਨ੍ਹਾਂ ਪਾਰਟੀਆਂ ਨੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਨੇ, ਜਿਹੜੀਆਂ ਔਰਤਾਂ ਵਿੱਚ ਖੜੀਆਂ ਨੇ ਚੋਣਾਂ ਦੇ, ਉਹ ਸਿਰਫ 25 ਔਰਤਾਂ ਨੇ। ਔਰ ਪਰ ਮੈਨੂੰ ਬੜੀ ਖੁਸ਼ੀ ਹੋਈ ਇੱਕ ਚੀਜ਼ ਪੜ੍ਹ ਕੇ ਕਿ ਬੰਗਾਲ ਦੇ ਵਿੱਚ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਨਾਂ ਨੇ 42% ਔਰਤਾਂ ਨੂੰ ਲੋਕ ਸਭਾ ਟਿਕਟਾਂ ਵੰਡੀਆਂ। ਕੀ ਬਾਤ ਹੈ। ਔਰ ਉਸ ਤੋਂ ਬਾਅਦ ਜੇ ਬੀਜੂ ਜਨਤਾ ਦਲ ਦੀ ਗੱਲ ਕੀਤੀ ਜਾਏ ਤਾਂ ਉੜੀਸਾ ਦੇ ਵਿੱਚ ਉਹਨਾਂ ਨੇ 33% ਔਰਤਾਂ ਨੂੰ ਟਿਕਟ ਦਿੱਤੀ ਹੈ। ਔਰ ਇਹ ਦੋਵੇਂ ਪਾਰਟੀਆਂ ਜਿਹੜੀਆਂ ਨੇ ਇਹ ਆਪੋ ਆਪਣੇ ਸੂਬੇ ਦੇ ਵਿੱਚ ਕੁਸਮ ਜੀ ਸੱਤਾਧਾਰੀ ਪਾਰਟੀਆਂ ਨੇ ਔਰ ਇਹਨਾਂ ਨੇ ਪੂਰਨ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਔਰਤਾਂ ਨੂੰ ਮੋਹਰੇ ਰੱਖਿਆ। ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੰਨੇ ਹਲਕੇ ਨੇ ਹਨਾ ਉਹਨਾਂ ਦੇ ਅੰਕੜੇ ਆਏ ਸਾਹਮਣੇ, ਜਿਹਦੇ ਵਿੱਚ ਇਹ ਕਿਹਾ ਗਿਆ ਗੁਰਦਾਸਪੁਰ ਦੇ ਵਿੱਚ ਕੁੱਲ 15 ਉਮੀਦਵਾਰ ਖੜੇ ਨੇ ਜਿਨ੍ਹਾਂ ਚੋਂ ਇੱਕ ਵੀ ਔਰਤ ਨਹੀਂ ਹੈ। ਅੱਛਾ, 0। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ 30 ਉਮੀਦਵਾਰ ਖੜੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਹੈ ਜਿਹਨੂੰ ਟਿਕਟ ਮਿਲੀ ਹੈ। ਉਸ ਤੋਂ ਬਾਅਦ ਖਡੂਰ ਸਾਹਿਬ ਦੇ ਵਿੱਚ 19 ਉਮੀਦਵਾਰ ਨੇ ਤੇ ਉਹਨਾਂ ਦੇ ਵਿੱਚੋਂ 5 ਔਰਤਾਂ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਹਨਾ। ਉਸ ਤੋਂ ਬਾਅਦ ਜਲੰਧਰ ਤੋਂ 19 ਉਮੀਦਵਾਰ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਔਰਤ ਹੈ। ਉਸ ਤੋਂ ਅੱਗੇ ਹੁਸ਼ਿਆਰਪੁਰ ਤੋਂ 8 ਉਮੀਦਵਾਰ ਨੇ ਜਿਨ੍ਹਾਂ ਚੋਂ ਇੱਕ ਵੀ ਔਰਤ ਨਹੀਂ ਹੈ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ 26 ਉਮੀਦਵਾਰ ਨੇ, 5 ਔਰਤਾਂ ਨੇ ਉਹਨਾਂ ਦੇ ਵਿੱਚੋਂ। ਲੁਧਿਆਣਾ ਤੋਂ 22 ਉਮੀਦਵਾਰ ਨੇ, ਕੋਈ ਵੀ ਔਰਤ ਨਹੀਂ ਹੈਗੀ। ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਤੋਂ 20 ਉਮੀਦਵਾਰ ਨੇ ਤੇ ਇੱਕ ਉਹਨਾਂ ਦੇ ਵਿੱਚੋਂ ਔਰਤ ਹੈ। ਉਸ ਤੋਂ ਬਾਅਦ ਫਰੀਦਕੋਟ ਤੋਂ ਵੀ 20 ਉਮੀਦਵਾਰ ਨੇ ਜਿਨ੍ਹਾਂ ਚੋਂ 3 ਔਰਤਾਂ ਨੇ। ਅੱਗੇ ਜੇ ਆਪਾਂ ਚੱਲੀਏ ਫਿਰੋਜ਼ਪੁਰ ਤਾਂ ਫਿਰੋਜ਼ਪੁਰ ਤੋਂ 22 ਉਮੀਦਵਾਰ ਨੇ ਜਿਨ੍ਹਾਂ ਚੋਂ ਕੋਈ ਵੀ ਔਰਤ ਨਹੀਂ ਹੈਗੀ। ਉਸ ਤੋਂ ਬਾਅਦ ਬਠਿੰਡੇ ਤੋਂ 27 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ 4 ਔਰਤਾਂ ਨੇ ਤੇ ਸੰਗਰੂਰ ਤੋਂ 25 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ 3 ਔਰਤਾਂ ਨੇ ਤੇ ਪਟਿਆਲੇ ਤੋਂ ਕੁੱਲ 25 ਉਮੀਦਵਾਰ ਨੇ ਜਿਨ੍ਹਾਂ ਚੋਂ 2 ਔਰਤਾਂ ਨੇ। ਮਤਲਬ ਬਠਿੰਡਾ ਸਭ ਤੋਂ ਅੱਗੇ ਹੈ। ਨਹੀਂ, ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਸਭ ਤੋਂ ਅੱਗੇ ਜਿੱਥੋਂ 5 ਔਰਤਾਂ ਨੇ। 5 ਦੋਵਾਂ ਹਲਕਿਆਂ ਤੋਂ। ਸੋ ਗੱਲ ਉਹੀ ਹੈ ਕਿ ਇੰਨੀ ਕੁ ਹਿੱਸੇਦਾਰੀ ਜਿਹੜੀ ਆ ਉਹ ਔਰਤਾਂ ਦੀ ਇਹਨਾਂ ਵੱਖ-ਵੱਖ ਹਲਕਿਆਂ ਦੇ ਵਿੱਚੋਂ ਪਾਈ ਜਾ ਰਹੀ ਹੈ। ਦੇਖੋ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀਆਂ ਮਹਿਲਾ ਵਰਕਰਾਂ ਨੇ ਉਹ ਵਰਕਰ ਦੇ ਤੌਰ ਤੇ ਤਾਂ ਕੰਮ ਕਰ ਰਹੀਆਂ ਨੇ, ਪਰ ਜਦੋਂ ਉਮੀਦਵਾਰੀ ਦੀ ਗੱਲ ਆਉਂਦੀ ਹੈ, ਨੇਤਾਗਿਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਟਿਕਟਾਂ ਦੇਣ ਤੋਂ ਥੋੜਾ ਜਿਹਾ ਸੰਕੋਚ ਕਰ ਲਿਆ ਜਾਂਦਾ ਹੈ। ਸੋ ਇਹ ਉਦੋਂ ਹੀ ਮੈਨੂੰ ਲੱਗਦਾ ਹੱਲ ਹੋ ਸਕਦਾ ਹੈ ਵੀ ਜਦੋਂ ਤੱਕ ਜਿਹੜੀਆਂ ਟਿਕਟਾਂ ਸਿਰਫ ਉਹਨਾਂ ਔਰਤਾਂ ਨੂੰ ਨਾ ਦਿੱਤੀਆਂ ਜਾਣ ਜਿਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਹੈ, ਜਾਂ ਕਿਸੇ ਉਹ ਮੁੱਖ ਮੰਤਰੀ ਦੀ ਘਰ ਵਾਲੀ ਹੈ, ਜਾਂ ਉਹ ਕਿਸੇ ਮਹਾਰਾਜਾ ਦੀ ਘਰ ਵਾਲੀ ਹੈ, ਸਿਰਫ ਉਹਨਾਂ ਔਰਤਾਂ ਨੂੰ ਇਹ ਟਿਕਟਾਂ ਨਾ ਦਿੱਤੀਆਂ ਜਾਣ ਜਿਹੜੀਆਂ ਔਰਤਾਂ ਆਮ ਘਰਾਂ ਦੇ ਵਿੱਚ ਜਾ ਕੇ ਵਿਚਰ ਸਕਣ, ਜਿਹੜੀਆਂ ਆਮ ਔਰਤਾਂ ਦੇ ਨਾਲ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਪੁੱਛ ਸਕਣ। ਉਹਨਾਂ ਔਰਤਾਂ ਨੂੰ ਜੇ ਟਿਕਟਾਂ ਦਿੱਤੀਆਂ ਜਾਣ ਤਾਂ ਕੰਮ ਹੋਣਾ ਲਾਜ਼ਮੀ। ਟਿਕਟਾਂ ਦੀ ਗੱਲ ਤਾਂ ਦੂਰ ਦੀ ਹੈ। ਤੁਸੀਂ ਵੇਖੋ ਜੇਕਰ ਆਪਾਂ ਥੋੜੀ ਜਿਹੀ ਝਾਤ ਮਾਰੀਏ ਇਹਨਾਂ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਇਸ ਵੇਲੇ ਚੋਣਾਂ ਦੇ ਵਿੱਚ ਖੜੀਆਂ ਨੇ ਉਹਨਾਂ ਦੇ ਮੁੱਦੇ ਜਿਹੜੇ ਨੇ ਉਹ ਆਪੋ ਆਪਣੇ ਜ਼ਰੂਰ ਹੋ ਸਕਦੇ ਨੇ, ਪਰ ਉਹਨਾਂ ਮੁੱਦਿਆਂ ਦੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਦਾ, ਔਰਤਾਂ ਦੀ ਜੇਕਰ ਜਾਇਦਾਦ ਦੀ ਗੱਲ ਕਰੀਏ ਉਹਨੂੰ ਲੈ ਕੇ ਕੋਈ ਮੁੱਦਾ, ਔਰਤਾਂ ਦੇ ਮੋਹਰੇ ਆਉਣ ਨੂੰ ਲੈ ਕੇ ਕੋਈ ਮੁੱਦਾ, ਔਰਤਾਂ ਦੀ ਪੜ੍ਹਾਈ ਨੂੰ ਲੈ ਕੇ ਕੋਈ ਮੁੱਦਾ, ਔਰਤਾਂ ਨੂੰ ਸਿਹਤ ਸਹੂਲਤਾਂ ਦੇ ਮਾਮਲੇ 'ਚ ਕੋਈ ਮੁੱਦਾ, ਇਹੋ ਜਿਹਾ ਕੋਈ ਵੀ ਮੁੱਦਾ ਸਾਹਮਣੇ ਨਹੀਂ ਆ ਰਿਹਾ। ਤੁਸੀਂ ਹਰਮਨ ਜੀ ਪੜ੍ਹਾਈ ਦੀ ਗੱਲ ਕੀਤੀ, ਹੁਣ ਔਰਤਾਂ ਦੀ ਕੁੜੀਆਂ ਦੀ ਜਿਹੜੀ ਉੱਚ ਸਿੱਖਿਆ ਨੂੰ ਲੈ ਕੇ ਕਈ ਵਾਰੀ ਮੁੱਦਾ ਉੱਠਿਆ ਵੀ ਉਹਨਾਂ ਨੂੰ ਉੱਚ ਸਿੱਖਿਆ ਜਿਹੜੀ ਉਹ ਮੁਫਤ ਦਿੱਤੀ ਜਾਵੇ, ਪਰ ਉਹਦੇ ਵਿੱਚ ਕਿਸੇ ਵੀ ਚੋਣ ਮੈਨੀਫੈਸਟੋ ਦੇ ਵਿੱਚ ਮੈਨੂੰ ਲੱਗਦਾ ਇਹ ਮੁੱਦਾ ਕਿਤੇ ਵੀ ਨਹੀਂ ਸਾਨੂੰ ਦਿਖਿਆ। ਜਿਹੜੇ ਸੂਬੇ ਦੇ ਵਿੱਚ ਕੁਸਮ ਜੀ, ਕਿਉਂਕਿ ਚਲੋ ਖੈਰ ਬਾਕੀ ਥਾਵਾਂ ਤੇ ਜੋ ਵੀ ਹਾਲਾਤ ਹੋਣ ਸੋ ਹੋਣ, ਪਰ ਜੇਕਰ ਆਪਾਂ ਆਪਣੇ ਸੂਬੇ ਦੀ ਹੀ ਗੱਲ ਕਰੀਏ, ਜਿਹੜੇ ਸੂਬੇ ਦੇ ਵਿੱਚ ਚਾਹੇ ਇਹ ਕਾਨੂੰਨ ਬਣਿਆ ਕਿ ਇੱਕ ਔਰਤ ਦਾ ਜਾਇਦਾਦ ਦੇ ਉੱਪਰ ਬਰਾਬਰੀ ਦਾ ਹੱਕ ਹੈ, ਪਰ ਤਾਂ ਵੀ ਜੇ ਘਰ ਦੀ ਧੀ ਆਪਣਾ ਹੱਕ ਜਤਾ ਦਿੰਦੀ ਹੈ ਜਾਇਦਾਦ ਤੇ ਤਾਂ ਉਹਦੇ ਨਾਲ ਰਿਸ਼ਤੇ ਨਾਤੇ ਖਤਮ ਕਰ ਦਿੱਤੇ ਜਾਂਦੇ ਨੇ, ਜਾਂ ਉਹਨੂੰ ਕਤਲ ਤੱਕ ਕਰਨ ਦੀਆਂ ਗੱਲਾਂ ਜੀ, ਜਾਂ ਉਹਨੂੰ ਆਪਣੇ ਨਾਲੋਂ
ਕਹਿ ਲਓ ਬਦਖਲ ਕਰ ਦਿੱਤਾ ਜਾਂਦਾ ਹੈ, ਉਹਨਾਂ ਰਿਸ਼ਤੇ ਤੋੜ ਦਿੱਤੇ ਜਾਂਦੇ ਨੇ। ਉੱਥੇ ਜਦ ਔਰਤ ਦੀ ਸਥਿਤੀ ਇਹ ਆ ਕਿ ਅਸੀਂ ਤਾਂ ਆਪਣੇ ਘਰ ਦੇ ਵਿੱਚੋਂ ਵੀ ਰੁਪਈਆ ਦੇ ਕੇ ਰਾਜ਼ੀ ਨਹੀਂ, ਤੇ ਉੱਥੇ ਅਸੀਂ ਕੀ ਇਹ ਆਸ, ਮੈਨੂੰ ਲੱਗਦਾ ਇਹ ਆਸ ਵੀ ਰੱਖਣੀ ਗਲਤ ਹੈ ਵੈਸੇ ਤਾਂ, ਕਿ ਸਾਡੇ ਮੁੱਦੇ ਚੁੱਕੇ ਜਾਣਗੇ। ਸੋ ਇਸ ਮੁੱਦੇ ਨੂੰ ਅੱਗੇ ਵੀ ਵਧਾਵਾਂਗੇ, ਪਰ ਇੱਥੇ ਵੇਲਾ ਛੋਟੇ ਜਿਹੇ ਵਕਫੇ ਦਾ, ਵਕਫੇ ਤੋਂ ਬਾਅਦ ਇਹਨਾਂ ਗੱਲਾਂ ਬਾਤਾਂ ਨੂੰ ਅੱਗੇ ਤੋਰਦੇ ਹਾਂ। ਵਕਫੇ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪ੍ਰਾਈਮ ਵੂਮਨ ਪ੍ਰੋਗਰਾਮ ਦੇ ਨਾਲ, ਔਰ ਅੱਜ ਗੱਲਬਾਤ ਹੋ ਰਹੀ ਹੈ ਸਿਆਸਤ ਦੀ, ਸਿਆਸੀ ਪਾਰਟੀਆਂ ਦੀ ਔਰ ਸਿਆਸੀ ਮੁੱਦਿਆਂ ਦੀ, ਜਿਨ੍ਹਾਂ ਦੇ ਵਿੱਚ ਔਰਤਾਂ ਦੇ ਮੁੱਦੇ ਜਿਹੜੇ ਬਿਲਕੁਲ ਮੰਨਫੀ ਨੇ। ਤੁਸੀਂ ਜਾਇਦਾਦ ਦੀ ਗੱਲ ਕੀਤੀ ਸੀ ਹਰਮਨ ਜੀ। ਇਹ ਇੱਕ ਕਾਨੂੰਨ ਹੈ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਦੇ ਵਿੱਚ 33% ਦੀ ਜਿਹੜਾ ਹੈ ਉਹ ਦਲਿਤਾਂ ਦੀ ਜ਼ਮੀਨ ਹੈ। ਪਰ ਉਹਦੇ ਲਈ ਬਹੁਤ ਵਾਰ ਮੈਂ ਵੇਖਿਆ ਬਹੁਤ ਪਿੰਡਾਂ ਦੇ ਵਿੱਚ ਵੀ ਜਿਹੜੇ ਦਲਿਤ ਲੋਕ ਨੇ ਜਾਂ ਖਾਸ ਕਰ ਜਿਹੜੀਆਂ ਦਲਿਤ ਔਰਤਾਂ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਜਿਹੜੀਆਂ ਦਲਿਤ ਔਰਤਾਂ, ਮੈਂ ਇੱਕ ਪਿੰਡ ਦੇ ਵਿੱਚ ਗਈ ਸੀਗੀ, ਉੱਥੇ ਇੱਕ ਜਿਹੜੀ ਸਰਪੰਚ ਹੈ ਉਹ ਦਲਿਤ ਸੀਗੀ, ਪਰ ਉਹਦੀ ਕੋਈ ਪੁੱਛਗਿੱਛ ਹੀ ਹੈ ਨਹੀਂ। ਉਹਨੂੰ ਤਾਂ ਸਰਪੰਚ ਬਣਾਇਆ ਗਿਆ ਵੀ ਇਹ ਕੁਝ ਬੋਲੂਗੀ ਨਹੀਂ, ਜੋ ਸਾਡਾ ਮਨ ਕਰੂਗਾ ਅਸੀਂ ਇਹ ਤੋਂ ਕਰਵਾਈ ਜਾਵਾਂਗੇ। ਉਹਨੂੰ ਜਿੱਥੇ ਕਹਿੰਦੇ ਨੇ ਉਹ ਗੂਠਾ ਲਾ ਦਿੰਦੀ ਹੈ, ਅਨਪੜ੍ਹ ਹੈਗੀ ਆ, ਉਹਨੂੰ ਪਤਾ ਹੀ ਨਹੀਂ ਵੀ ਮੋਰੇ ਲਿਖਿਆ ਕੀ ਆ। ਸੋ ਇਹੋ ਜਿਹੇ ਲੋਕਾਂ ਨੂੰ ਤੁਸੀਂ ਸਰਪੰਚ ਬਣਾਉਣੇ ਕਿਉਂ? ਸਿਰਫ ਆਪਣੇ ਵਰਤਣ ਦੇ ਲਈ। ਤੇ ਇਹੋ ਜਿਹੇ ਲੋਕ ਸਰਪੰਚ ਬਣਦੇ ਹੀ ਕਿਉਂ ਨੇ? ਵੀ ਸਾਨੂੰ 4 ਪੈਸੇ ਆ ਜਾਣਗੇ, ਹੋਰ ਤਾਂ ਉਹਦਾ ਕੋਈ ਮੋਟਿਵ ਨਹੀਂ ਹੁੰਦਾ, ਕੋਈ ਮੁੱਦਾ ਨਹੀਂ ਹੁੰਦਾ। ਟਪਕਾ ਜੀ ਬਿਲਕੁਲ। ਸੋ ਇਹ ਜਿਹੜਾ ਵਰਤਾਰਾ ਇਹ ਬੰਦ ਹੋਣਾ ਚਾਹੀਦਾ। ਬਾਕੀ ਜਿਹੜੀ ਦੂਜੀ ਗੱਲ ਮੈਂ ਦਲਿਤ ਔਰਤਾਂ ਦੀ ਕੀਤੀ ਆ, ਆਪਾਂ ਆਏ ਦਿਨ ਇਹ ਖਬਰਾਂ ਸੁਣਦੇ ਆ ਵੀ ਦਲਿਤ ਔਰਤ ਦੇ ਨਾਲ ਜਿਹੜਾ ਜਿਣਸੀ ਸ਼ੋਸ਼ਣ ਕੀਤਾ ਗਿਆ, ਉਹਦੇ ਨਾਲ ਬਲਾਤਕਾਰ ਕੀਤਾ ਗਿਆ। ਬਹੁਤ ਸਾਰੀਆਂ ਜਿਹੜੀਆਂ ਦਲਿਤ ਔਰਤਾਂ ਨੇ ਉਹ ਕਿਸੇ ਦੇ ਖੇਤ ਦੇ ਵਿੱਚ ਵੀ ਕੰਮ ਕਰਨ ਜਾਂਦੀਆਂ ਨੇ ਤਾਂ ਵੀ ਉੱਥੇ ਜਿਣਸੀ ਸ਼ੋਸ਼ਣ ਕੀਤਾ ਜਾਂਦਾ। ਚਲੋ ਇਹ ਤਾਂ ਗੱਲ ਹੋਈ ਪਿਛੋਕੜ ਦੀ, ਪਿਛੜੇ ਹੋਏ ਪਿੰਡਾਂ ਦੀ। ਜਿਹੜੀਆਂ ਕੁੜੀਆਂ ਇਸ ਕਰਕੇ ਪਿੰਡੋਂ ਸ਼ਹਿਰ ਨਹੀਂ ਪੜ੍ਹਨ ਜਾ ਸਕਦੀਆਂ ਵੀ ਅਸੀਂ ਸੁਰੱਖਿਅਤ ਨਹੀਂ ਹੈਗੀਆਂ, ਅਸੀਂ ਪਿੰਡੋਂ ਸ਼ਹਿਰ ਜਾਵਾਂਗੀਆਂ ਤਾਂ ਸਾਨੂੰ ਮੁੰਡੇ ਛੇੜਨਗੇ, ਜਦ ਤੱਕ ਉਹ ਸੁਰੱਖਿਅਤ ਨਹੀਂ ਹੋ ਪਾਉਂਦੀਆਂ ਅਸੀਂ ਕੁੜੀਆਂ ਦੀ ਸਿੱਖਿਆ ਦੀ ਗੱਲ ਹੀ ਕਿਵੇਂ ਕਰ ਸਕਦੇ ਹਾਂ? ਬਿਲਕੁਲ ਸਹੀ ਕਹਿ ਰਹੇ ਹੋ। ਸੋ ਇਹ ਜਿਹੜੇ ਮੁੱਦੇ ਨੇ ਇਹ ਮੈਨੂੰ ਲੱਗਦਾ ਔਰਤਾਂ ਨੂੰ ਵੀ ਸਵਾਲ ਚੁੱਕਣਾ ਚਾਹੀਦਾ। ਜੇ ਉਹਨਾਂ ਕੋਲੋਂ ਕੋਈ ਵੋਟ ਮੰਗਣ ਆਉਂਦਾ ਤਾਂ ਉਹ ਇਹ ਨਾ ਕਹਿਣ ਵੀ ਜਿੱਥੇ ਘਰ ਵਾਲਾ ਕਹੂਗਾ ਉੱਥੇ ਵੋਟ ਪਾਵਾਂਗੇ। ਉਹ ਅੱਗਿਓਂ ਸਵਾਲ ਕਰਨ ਵੀ ਸਾਨੂੰ ਸਿੱਖਿਆ ਕਿਹਨੇ ਦੇਣੀ ਆ, ਸਾਡੀ ਸੁਰੱਖਿਆ ਦਾ ਮੁੱਦਾ ਕਿਹਨੇ ਚੱਕਣਾ, ਕਿਹਨੇ ਸਾਨੂੰ ਸਾਡਾ ਬਣਦਾ ਹੱਕ ਦੇਣਾ। ਉਸ ਤੋਂ ਬਾਅਦ ਉਹ ਇਹ ਨਿਸ਼ਚਿਤ ਕਰਨ ਵੀ ਅਸੀਂ ਵੋਟ ਕਿਹਨੂੰ ਦੇਣੀ ਆ। ਬਿਲਕੁਲ ਸਹੀ ਹੈ। ਪਰ ਗੱਲ ਇਹ ਹੈ ਕਿ ਚਾਹੇ ਚੋਣ ਮੈਨੀਫੈਸਟੋ ਦੇ ਵਿੱਚ ਔਰਤਾਂ ਦਾ ਜ਼ਿਕਰ ਨਾ ਹੋਏ, ਚਾਹੇ ਮੁੱਦਿਆਂ ਨੂੰ ਲੈ ਕੇ ਔਰਤਾਂ ਦਾ ਜ਼ਿਕਰ ਨਾ ਹੋਏ, ਚਾਹੇ ਟਿਕਟਾਂ ਦੀ ਵੰਡ ਮੌਕੇ ਔਰਤਾਂ ਨੂੰ ਧਿਆਨ 'ਚ ਨਾ ਰੱਖਿਆ ਜਾਂਦਾ ਹੋਏ, ਪਰ ਪ੍ਰਚਾਰ ਦੇ ਲਈ ਜ਼ਰੂਰ ਔਰਤਾਂ ਮੂਹਰੇ ਆ ਰਹੀਆਂ ਨੇ ਜੀ ਔਰ ਬੜੇ ਵੱਡੇ ਘਰਾਂ ਦੇ ਵਿੱਚੋਂ ਬਾਹਰ ਆ ਰਹੀਆਂ ਨੇ। ਹੁਣ ਤਾਂ ਹਰੇਕ ਕਹਿ ਲਓ ਸਿਆਸੀ ਪਾਰਟੀ ਨੇ ਇਹਨਾਂ ਔਰਤਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਹਦੇ ਵਿੱਚ ਚਾਹੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ, ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰ ਲਈਏ, ਜਿਹੜੀ ਮਰਜ਼ੀ, ਚਾਹੇ ਭਾਜਪਾ ਦੀ ਗੱਲ ਕਰ ਲਈਏ, ਹਰੇਕ ਪਾਰਟੀ ਕਿਤੇ ਨਾ ਕਿਤੇ ਉਹਨਾਂ ਦੀਆਂ ਜਿਹੜੇ ਵੀ ਨੁਮਾਇੰਦੇ ਖੜੇ ਕੀਤੇ ਨੇ ਉਹਨਾਂ ਦੀਆਂ ਜਿਹੜੀਆਂ ਧਰਮ ਪਤਨੀਆਂ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਭੈਣਾਂ, ਜੋ ਵੀ ਕਹਿ ਲਓ ਵੀ ਸੰਬੰਧਤ ਹੈਗੀਆਂ ਨੇ ਹਨਾ, ਉਹ ਔਰਤਾਂ ਜ਼ਰੂਰ ਅੱਗੇ ਹੋ ਕੇ ਤੇ ਪ੍ਰਚਾਰ ਕਰ ਰਹੀਆਂ ਨੇ। ਆਪਾਂ ਹੁਣੇ ਗੱਲ ਕੀਤੀ ਵੀ ਜਿੱਥੇ ਕਹਿਣਗੇ ਪਤੀ ਉੱਥੇ ਪਾ ਦਿਆਂਗੇ, ਤਾਂ ਇਹ ਵੀ ਤਾਂ ਉਹੀ ਗੱਲ ਆ ਨਾ ਵੀ ਜਿੱਥੇ ਘਰ ਵਾਲਾ ਕਹੂਗਾ ਉੱਥੇ ਪ੍ਰਚਾਰ ਕਰ ਆਵਾਂਗੇ, ਭਾਵੇਂ ਮੁੱਦਿਆਂ ਦਾ ਪਤਾ ਹੀ ਨਾ ਹੋਵੇ ਵੀ ਚੋਣ ਮੈਨੀਫੈਸਟੋ ਵਿੱਚ ਹੈਗਾ ਕੀ ਆ। ਜੀ ਪਰ ਗੱਲ ਇਹ ਹੈ ਕਿ ਇਸ ਵੇਲੇ ਜਿਹੜੇ ਅੰਕੜੇ ਨੇ, ਚਾਹੇ ਉਹ ਤੁਸੀਂ ਗੱਲ ਕਰ ਲਓ ਰਾਜਾ ਵੜਿੰਗ ਹੋਰਾਂ ਦੀ ਧਰਮ ਪਤਨੀ ਦੀ ਹਨਾ, ਚਾਹੇ ਤੁਸੀਂ ਉਹ ਗੱਲ ਢੀਂਡਸਾ ਦੀ ਪਰਮਿੰਦਰ ਢੀਂਡਸਾ ਹੋਰਾਂ ਦੀ ਧਰਮ ਪਤਨੀ ਦੀ ਗੱਲ ਕਰ ਲਓ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਨਾ, ਉੱਥੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸੰਗਰੂਰ ਤੋਂ ਖੜੇ ਨੇ, ਉਹਨਾਂ ਦੀ ਧਰਮ ਪਤਨੀ ਦੀ ਗੱਲ ਕਰ ਲਓ, ਭਗਵੰਤ ਮਾਨ ਹੋਰਾਂ ਦੇ ਮਾਤਾ ਜੀ ਦੀ ਗੱਲ ਕਰ ਲਓ, ਭਰਜਾਈ ਦੀ ਗੱਲ ਕਰ ਲਓ, ਉਹਨਾਂ ਦੇ ਭੈਣ ਜੀ ਦੀ ਗੱਲ ਕਰ ਲਓ, ਘਰ ਵਾਲੀ ਵੀ ਜੀ। ਉਸ ਤੋਂ ਬਾਅਦ ਆਪਣੇ ਪੁਰੀ ਸਾਹਿਬ ਜਿਹੜੇ ਭਾਜਪਾ ਤੋਂ ਖੜੇ ਨੇ, ਉਹਨਾਂ ਦੀ ਧਰਮ ਪਤਨੀ ਦੀ ਗੱਲ ਕਰ ਲਓ। ਇਹ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਆਪਣੇ ਪਤੀਆਂ ਦੇ ਲਈ, ਆਪਣੇ ਭਰਾਵਾਂ ਦੇ ਲਈ, ਆਪਣੇ ਪੁੱਤਾਂ ਦੇ ਲਈ ਹੱਥ ਬੰਨੇ ਜਾ ਰਹੇ ਨੇ ਹਨਾ, ਏਸੀ ਦੀ ਹਵਾ ਛੱਡ ਕੇ ਮੋਹਰੇ ਹੋ ਕੇ ਪ੍ਰਚਾਰ ਕਰ ਰਹੀਆਂ ਨੇ ਵੀ ਸਾਡੇ ਸਿਰ ਦੇ ਸਾਈ ਨੂੰ, ਸਾਡੇ ਬੱਚੇ ਨੂੰ, ਸਾਡੇ ਵੀਰ ਨੂੰ ਜ਼ਰੂਰ ਤੁਸੀਂ ਵੋਟਾਂ ਪਾਓ ਤੇ ਜਿਤਾਓ ਹਨਾ। ਇੰਨੀ ਕੁ ਭੂਮਿਕਾ ਜ਼ਰੂਰ ਰਹਿ ਗਈ ਔਰਤਾਂ ਦੀ ਨਾ ਵੋਟਾਂ ਦੇ ਵਿੱਚ, ਬਾਕੀ ਚਾਹੇ ਕਿਸੇ ਬੰਨੇ ਹੋਵੇ ਜਾਂ ਨਾ ਹੋਵੇ। ਪਰ ਕੁਝ ਮੈਂ ਨਾ ਹਰਮਨ ਜੀ ਬਿਆਨ ਪੜ੍ਹ ਰਹੀ ਸੀਗੀ ਉਹਨਾਂ ਔਰਤਾਂ ਦੇ ਜਿਹੜੀਆਂ ਕਿ ਸੱਚਮੁੱਚ ਕੰਮ ਕਰਨਾ ਚਾਹੁੰਦੀਆਂ ਨੇ ਸਿਆਸਤ ਦੇ ਵਿੱਚ ਆ ਕੇ। ਜੇ ਆਪਾਂ ਬਠਿੰਡੇ ਤੋਂ ਪਹਿਲੀ ਵਾਰ ਜਿਹੜੀ ਸਾਡੀ ਬੀਬੀ ਵੀਰਪਾਲ ਕੌਰ ਖੜੀ ਆ, ਉਹਦੀ ਮੈਨੂੰ ਗੱਲ ਬਹੁਤ ਟੁੰਬੀ ਕਿ ਉਹਨੇ ਇਹ ਗੱਲ ਕਹੀ ਵੀ ਨੇਤਾ ਲੋਕ ਆਉਂਦੇ ਨੇ ਜਿੱਥੇ ਖੁਦਕੁਸ਼ੀਆਂ ਹੁੰਦੀਆਂ ਨੇ, ਜਿੱਥੇ ਕੋਈ ਸ਼ਹੀਦ ਹੁੰਦਾ, ਜਿੱਥੇ ਕੋਈ ਮਾਰਿਆ ਜਾਂਦਾ ਹੈ, ਕਰਜ਼ੇ ਹੇਠ ਦੱਬਿਆ ਜਿਹੜਾ ਕਿਸਾਨ ਉਹ ਖੁਦਕੁਸ਼ੀ ਕਰ ਲੈਂਦਾ, ਜਾਂ ਕੋਈ ਔਰਤ ਜਿਹੜੀ ਵਿਧਵਾ ਹੋ ਜਾਂਦੀ ਹੈ, ਉਹਨਾਂ ਦੇ ਸੱਥਰਾਂ ਤੇ ਬੈਠ ਕੇ ਵੀ ਇਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਨਹੀਂ ਲੱਗਿਆ। ਇਸ ਲਈ ਕਹਿੰਦੀ ਮੈਨੂੰ ਹੁਣ ਇਸ ਮੈਦਾਨ ਦੇ ਵਿੱਚ ਆਉਣਾ ਪਿਆ ਤਾਂ ਕਿ ਮੈਂ ਉਹਨਾਂ ਔਰਤਾਂ ਦੇ ਲਈ, ਉਹਨਾਂ ਵਿਧਵਾਵਾਂ ਦੇ ਲਈ ਕੋਈ ਕੰਮ ਕਰ ਸਕਾਂ। ਸੋ ਉਹਨਾਂ ਦਾ ਮੈਨੂੰ ਇਹ ਗੱਲ ਜਿਹੜੀ ਆ ਉਹ ਬਹੁਤ ਟੁੰਬੀ
ਜੀ ਉਸ ਤੋਂ ਇਲਾਵਾ ਉਹਨਾਂ ਨੇ ਤਾਂ ਵੀਰਪਾਲ ਕੌਰ ਹੋਰਾਂ ਦੀ ਬੇਟੀ ਵੀ ਜ਼ਰੂਰ ਆਪਣੀ ਮਾਂ ਦਾ ਸਾਥ ਦੇ ਰਹੀ ਹੈ ਔਰ ਸੰਕੇਤਕ ਤੌਰ ਤੇ ਵੀਰਪਾਲ ਕੌਰ ਹੋਰੀ ਆਪਣੇ ਨਾਲ ਇੱਕ ਘੜਾ ਲੈ ਕੇ ਜਾਂਦੇ ਨੇ ਜੀ ਕਿਉਂਕਿ ਉਹ ਕਹਿੰਦੇ ਵੀ ਜੋ ਵੀ ਜਿਨ੍ਹਾਂ ਵੀ ਪਰਿਵਾਰ ਜਿਹੜਾ ਇਹ ਖੁਦਕੁਸ਼ੀਆਂ ਦਾ ਇੱਕ ਦੌਰ ਚੱਲ ਪਿਆ ਹਨਾ ਕਿਉਂਕਿ ਵੀਰਪਾਲ ਹੋਰਾਂ ਦੇ ਘਰ ਦੇ ਵਿੱਚ ਤਿੰਨ ਖੁਦਕੁਸ਼ੀਆਂ ਹੋਈਆਂ ਉਹਨਾਂ ਦੇ ਸਹੁਰਾ ਸਾਹਿਬ ਉਹਨਾਂ ਦੇ ਪਤੀ ਦੇਵ ਤੇ ਉਹਨਾਂ ਦੇ ਪਿਤਾ ਜੀ ਤਿੰਨਾਂ ਨੇ ਖੁਦਕੁਸ਼ੀ ਕਰ ਲਈ ਕਿਸਾਨੀ ਤੋਂ ਪੀੜਤ ਹੋ ਕੇ ਕਹਿ ਲਓ ਔਰ ਉਹਨਾਂ ਨੇ ਉਹ ਹੁਣ ਹੱਥ ਦੇ ਵਿੱਚ ਘੜਾ ਲੈ ਕੇ ਤੇ ਫੇਰ ਘਰ ਘਰ ਜਾਂਦੇ ਨੇ ਪ੍ਰਚਾਰ ਕਰਨ ਲਈ ਵੀ ਕਿਤੇ ਮੋੜਾ ਪੈ ਜਾਵੇ ਨਾ ਖੁਦਕੁਸ਼ੀਆਂ ਨੂੰ ਕਿਤੇ ਇਹ ਜਿਹੜੀ ਅੱਗ ਇਸ ਵੇਲੇ ਪੰਜਾਬ ਨੂੰ ਲੱਗੀ ਆ ਉਹ ਕਿਤੇ ਠੰਡੀ ਹੋ ਜਾਵੇ ਪਰ ਦੇਖੋ ਗੱਲ ਇਹ ਹੈ ਵੀ ਹਿੰਮਤ ਕਰਨੀ ਬਹੁਤ ਵੱਡੀ ਚੀਜ਼ ਹੈ ਜਿੱਤ ਹਾਰ ਬਾਅਦ ਦੀ ਗੱਲ ਹੈ ਪਰ ਉਹ ਆਪ ਮੋਹਰੇ ਹੋਏ ਉਹਨਾਂ ਦੀ ਧੀ ਰਾਣੀ ਉਹਨਾਂ ਦਾ ਸਾਥ ਦੇ ਰਹੀ ਹੈ ਇਹੀ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਸੰਕੇਤ ਹੈ ਬਹੁਤ ਇੱਕ ਚੰਗੀ ਗੱਲ ਹੈ ਕਿ ਉਹਨਾਂ ਨੂੰ ਪਤਾ ਹੈ ਵੀ ਸਾਡੀ ਹੋਰ ਤਾਂ ਕਿਸੇ ਨੇ ਸੁਣਨੀ ਨਹੀਂ ਸਾਨੂੰ ਹੀ ਉੱਠਣਾ ਪੈਣਾ ਸਾਨੂੰ ਹੀ ਮੋਹਰੇ ਹੋਣਾ ਪੈਣਾ ਆਪਣੇ ਮੁੱਦਿਆਂ ਨੂੰ ਲੈ ਕੇ ਨਹੀਂ ਤਾਂ ਇੱਥੇ ਜੋ ਜਿਵੇਂ ਚੱਲ ਰਿਹਾ ਹੈ ਉਹ ਤਿਵੇਂ ਹੀ ਚੱਲੇਗਾ ਬਿਲਕੁਲ ਜਿਵੇਂ ਵੀਰਪਾਲ ਕੌਰ ਹੋਣਾ ਨੇ ਬਹੁਤ ਸੋਹਣੀ ਗੱਲ ਕੀਤੀ ਔਰ ਸਾਨੂੰ ਵੀ ਚੰਗਾ ਲੱਗਾ ਵੀ ਕੋਈ ਕੋਸ਼ਿਸ਼ ਕਰਨ ਦੀ ਮਤਲਬ ਕੋਈ ਚੰਗਾ ਮੁੱਦਾ ਚੱਕਣ ਦੀ ਕੋਸ਼ਿਸ਼ ਤਾਂ ਹੋ ਰਹੀ ਹੈ ਨਾ ਘੱਟ ਉਸ ਤੋਂ ਇਲਾਵਾ ਸੀਪੀਆਈ ਨੇਤਾ ਦਸਵਿੰਦਰ ਕੌਰ ਨੇ ਵੀ ਇੱਕ ਬਹੁਤ ਸੋਹਣਾ ਬਿਆਨ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਔਰਤਾਂ ਵਿਧਵਾ ਹੋ ਚੁੱਕੀਆਂ ਨੇ ਕਿਉਂਕਿ ਪਿੱਛੇ ਜੋ ਨਸ਼ਿਆਂ ਦਾ ਬਹੁਤ ਜ਼ਿਆਦਾ ਚਲਨ ਚੱਲ ਪਿਆ ਸੀਗਾ ਹੁਣ ਦੇਖੋ ਨਸ਼ਿਆਂ ਤੋਂ ਮੈਨੂੰ ਗੱਲ ਯਾਦ ਆਈ ਵੀ ਆਪਾਂ ਨਾ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਇਹ ਖਬਰਾਂ ਪੜ੍ਹਦੇ ਸੀਗੇ ਵੀ ਨਸ਼ੇ ਨਾਲ ਉੱਥੇ ਮੁੰਡਾ ਮਰ ਗਿਆ ਨਸ਼ੇ ਨਾਲ ਉੱਥੇ ਮੁੰਡਾ ਮਰ ਗਿਆ ਜਦੋਂ ਦਾ ਚੋਣਾਂ ਦਾ ਪ੍ਰਚਾਰ ਸ਼ੁਰੂ ਹੋਇਆ ਕੋਈ ਵੀ ਇਦਾਂ ਦੀ ਖਬਰ ਦੇਖਣ ਨੂੰ ਨਹੀਂ ਮਿਲੀ ਸੋ ਉਹ ਮੁੱਦਾ ਵੀ ਜਿਹੜਾ ਉਹ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹਾਲਾਂਕਿ ਹੱਲੇ ਵੀ ਮੌਤਾਂ ਹੁੰਦੀਆਂ ਹੋਣਗੀਆਂ ਪਰ ਉਹ ਸਾਹਮਣੇ ਨਹੀਂ ਆਈਆਂ ਸੋ ਦਸਵਿੰਦਰ ਕੌਰ ਨੇ ਕਿਹਾ ਕਹਿੰਦੀ ਨਸ਼ਿਆਂ ਦੇ ਕਰਕੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਚੁੱਕੀਆਂ ਨੇ ਉਹਨਾਂ ਵਿਧਵਾਵਾਂ ਨੂੰ ਆਪਣੇ ਘਰ ਚਲਾਉਣ ਦੇ ਲਈ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਉਹ ਮਜ਼ਦੂਰੀ ਕਰਨ ਜਦੋਂ ਬਾਹਰ ਜਾਂਦੀਆਂ ਨੇ ਮਜ਼ਦੂਰੀ ਕਰਕੇ ਮਿਹਨਤ ਕਰਕੇ ਘਰ ਦੇ ਵਿੱਚ ਇੱਕ ਤਾਂ ਬਹੁਤ ਮੁਸ਼ਕਲ ਦੇ ਨਾਲ ਆਪਣੀ ਜਿਹੜਾ ਤੋਰੀ ਫੁਲਕਾ ਤੋਰਦੀਆਂ ਨੇ ਔਰ ਦੂਸਰਾ ਜਦੋਂ ਉਹ ਕੰਮ ਕਰਨ ਜਾਂਦੀਆਂ ਨੇ ਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਉਹ ਅਲੱਗਾ ਹੁੰਦਾ ਕਿਉਂਕਿ ਉਹਨਾਂ ਨੂੰ ਗਰੀਬ ਸਮਝ ਕੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੋ ਦਸਵਿੰਦਰ ਕੌਰ ਨੇ ਇਹ ਗੱਲ ਕਹੀ ਹੈ ਵੀ ਇਹਨਾਂ ਔਰਤਾਂ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ ਜੀ ਉਸ ਤੋਂ ਇਲਾਵਾ ਜੇ ਆਪਾਂ ਅਗਲੇ ਬਿਆਨ ਦੀ ਗੱਲ ਕਰੀਏ ਹਰਮਨ ਜੀ ਤਾਂ ਨਕਸਲੀ ਲਹਿਰ ਦੇ ਜੋ ਮੋਢੀ ਰਹੇ ਨੇ ਹਾਕਮ ਸਿੰਘ ਉਹਨਾਂ ਦੀ ਨੂੰਹ ਰਾਣੀ ਚਿਤਵੰਤ ਕੌਰ ਉਹਦਾ ਇਹ ਬਿਆਨ ਆਇਆ ਵੀ ਭਾਵੇਂ ਵੋਟਾਂ ਦੇ ਵਿੱਚ ਹਿੱਸੇਦਾਰੀ ਦੇ ਵਿੱਚ ਜਿਹੜੀਆਂ ਇਹ ਪਾਰਟੀਆਂ ਨੇ ਉਹਨਾਂ ਨੇ ਬਰਾਬਰ ਦੀ ਹਿੱਸੇਦਾਰੀ ਨਾ ਦਿੱਤੀ ਹੋਵੇ ਪਰ ਅਸੀਂ ਇਹ ਵੀ ਗੱਲ ਦੇਖਦੇ ਹਾਂ ਵੀ ਇਹ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਇਹਨਾਂ ਨੇ ਔਰਤਾਂ ਨੂੰ ਚਾਹੇ ਉਹ ਹਾਈ ਕੋਰਟ ਦੀ ਗੱਲ ਕਰੀਏ ਸੁਪਰੀਮ ਕੋਰਟ ਦੀ ਗੱਲ ਕਰੀਏ ਉੱਥੇ ਅਟਾਰਨੀ ਜਨਰਲ ਵੀ ਜਦੋਂ ਉਹਨਾਂ ਨੇ ਬਣਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਵੀ ਅਸਮਰਥ ਰਹੇ ਨੇ ਉੱਥੇ ਵੀ ਉਹਨਾਂ ਦੀ ਚੋਣ ਜਿਹੜੀ ਆ ਉਹ ਨਹੀਂ ਹੋ ਪਾਈ ਮਤਲਬ ਜੋ ਉੱਚ ਅਹੁਦਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਇਹ ਸਿਰਫ ਇੱਥੇ ਵੋਟਾਂ ਦੇ ਵਿੱਚ ਨਹੀਂ ਚੋਣਾਂ ਦੇ ਵਿੱਚ ਹੀ ਨਹੀਂ ਜਦੋਂ ਵੀ ਉਹ ਕਿਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਉਹਨਾਂ ਤੇ ਇੱਕ ਪਾਬੰਦੀ ਲਾ ਦਿੱਤੀ ਜਾਂਦੀ ਹੈ ਰੋਕ ਲਾ ਦਿੱਤੀ ਜਾਂਦੀ ਹੈ ਰੁਕਾਵਟ ਪੈਦਾ ਕਰ ਦਿੱਤੀ ਜਾਂਦੀ ਹੈ ਸੋ ਜਦੋਂ ਤੱਕ ਇਦਾਂ ਹੁੰਦਾ ਰਹੂਗਾ ਤਾਂ ਔਰਤਾਂ ਕਿਵੇਂ ਅੱਗੇ ਆਉਣਗੀਆਂ ਇਹ ਸਵਾਲ ਬਹੁਤ ਵੱਡਾ ਹੈ ਪਰ ਇਹਦਾ ਹੱਲ ਕੋਈ ਨਹੀਂ ਲੱਭ ਰਿਹਾ ਜੀ ਆਪਾਂ ਵੇਖਦੇ ਹਾਂ ਕਿ ਇਹ ਲੜਾਈ ਹੈ ਤਾਂ ਬਹੁਤ ਪੁਰਾਣੀ ਇਹ ਗੱਲਾਂ ਬਹੁਤ ਪੁਰਾਣੀਆਂ ਨੇ ਹਨਾ ਪਰ ਜੇ ਇੱਕ ਚੋਣਾਂ ਦਾ ਮੌਸਮ ਇੱਕ ਐਸਾ ਮੌਸਮ ਹੁੰਦਾ ਜਦੋਂ ਹਰੇਕ ਬੰਦਾ ਆਪਣੀ ਗੱਲ ਖੋਲ ਕੇ ਮੂਹਰੇ ਰੱਖ ਸਕਦਾ ਹੈ ਪਰ ਜੇ ਇਸ ਮੌਸਮ ਦੇ ਵਿੱਚ ਵੀ ਸੁਣਵਾਈ ਨਾ ਹੋਵੇ ਇਸ ਮੌਕੇ ਤੇ ਵੀ ਔਰਤਾਂ ਗੱਲ ਹੀ ਨਾ ਮੂਹਰੇ ਰੱਖਣ ਜਾਂ ਮੂਹਰੇ ਆਉਣ ਦਾ ਮੌਕਾ ਨਾ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਵੀ ਫਿਰ ਕਦੇ ਵੀ ਨਹੀਂ ਹੋ ਸਕਦਾ ਮੇਰੇ ਨਾ ਆਪਣੇ ਪਿੰਡ ਦੇ ਵਿੱਚ ਹਰਮਨ ਜੀ ਪਿਛਲੇ 5 ਸਾਲਾਂ ਦੇ ਵਿੱਚ ਇੱਕ ਔਰਤ ਸਰਪੰਚ ਰਹੀ ਹੈ ਪਰ ਪਿੰਡ ਦੀਆਂ ਬਹੁਤੀਆਂ ਔਰਤਾਂ ਨੇ ਜਦੋਂ ਕੋਈ ਵੀ ਗੱਲ ਕਰਨੀ ਹੁੰਦੀ ਸੀ ਕਿਉਂਕਿ ਪਿੰਡ ਦੇ ਜਿਹੜੇ ਬਹੁਤੇ ਮਰਦ ਨੇ ਉਹ ਵਿਦੇਸ਼ ਦੇ ਵਿੱਚ ਨੇ ਸੋ ਆਪਣੀਆਂ ਮੁਸ਼ਕਲਾਂ ਔਰਤਾਂ ਨੂੰ ਹੀ ਦੱਸਣੀਆਂ ਪੈਂਦੀਆਂ ਸੀ ਤਾਂ ਉਹਨਾਂ ਨੇ ਇਹ ਖੇਚਲ ਨਹੀਂ ਕਰਨੀ ਵੀ ਘਰੇ ਜਾ ਕੇ ਉਸ ਬੀਬੀ ਨਾਲ ਗੱਲ ਕੀਤੀ ਜਾਵੇ ਜਿਹੜੀ ਕਿ ਸਰਪੰਚ ਆ ਹਮੇਸ਼ਾ ਉਹਦੇ ਪਤੀ ਦੀ ਵੇਟ ਕਰਨੀ ਵੀ ਕਦੋਂ ਉਹ ਆਊਗਾ ਆਪਦੇ ਕੰਮ ਨਿਬੇੜ ਕੇ ਤੇ ਅਸੀਂ ਉਹਦੇ ਨਾਲ ਗੱਲ ਕਰਾਂਗੇ ਜੇ ਤੁਸੀਂ ਆਪ ਜਾ ਕੇ ਉਸ ਸਰਪੰਚ ਨੂੰ ਇਹ ਦਿਵਾਉਣਾ ਹੀ ਨਹੀਂ ਉਹਨੂੰ ਇਹ ਫੀਲਿੰਗ ਹੀ ਨਹੀਂ ਦਿਵਾਉਣੀ ਵੀ ਮੈਂ ਸਰਪੰਚ ਆ ਤੇ ਮੇਰੇ ਨਾਲ ਵੀ ਗੱਲ ਕਰ ਲਓ ਤਦ ਤੱਕ ਉਹ ਗੱਲ ਕਿਵੇਂ ਕਰੂਗੀ ਹੁਣ ਉਹ ਜਿਹੜੀ ਸਰਪੰਚ ਬਣੀ ਹੋਈ ਸੀਗੀ ਉਹਨੂੰ ਵੀ ਕੁਝ ਨਹੀਂ ਪਤਾ ਉਹਨੇ ਵੀ ਕਹਿਣਾ ਜੇ ਉਹਦੇ ਕੋਲ ਕਿਸੇ ਨੇ ਚਲੇ ਵੀ ਜਾਣਾ ਮੇਰੇ ਵਰਗੇ ਨੇ ਤਾਂ ਉਹਨੇ ਕਹਿਣਾ ਜੀ ਉਹਨਾਂ ਨੂੰ ਆ ਲੈਣ ਦਿਓ ਫਿਰ ਮੈਂ ਗੱਲ ਕਰਦੇ ਆ ਫਿਰ ਉਹਨਾਂ ਨੂੰ ਪੁੱਛ ਕੇ ਗੱਲ ਕਰਦੀ ਆ ਵੀ ਕੀ ਕਰਨਾ ਸੋ ਇਹ ਟ੍ਰੇਨਿੰਗ ਹੀ ਹੈ ਨਹੀਂ ਗੀ ਕੋਈ ਵੀ ਅਸੀਂ ਕੰਮ ਕਿਵੇਂ ਕਰਨਾ ਹੈਨਾ ਦੇਖੋ ਮੁੱਦੇ ਜਿਹੜੇ ਨੇ ਉਹ ਕਈ ਵਾਰੀ ਛੋਟੇ ਛੋਟੇ ਹੁੰਦੇ ਨੇ ਹੁਣ ਜੇ ਆਪਾਂ ਉਹਨਾਂ ਔਰਤਾਂ ਦੀ ਗੱਲ ਕਰ ਲਈਏ ਜਿਹੜੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਫੈਕਟਰੀ ਦੇ ਵਿੱਚ ਇੱਕ ਤਾਂ ਸਮਾਨ ਮਿਹਨਤਾਂ ਨਾਲ ਨਹੀਂ ਦਿੱਤਾ ਜਾਂਦਾ ਅਸੀਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਦੂਜੀ ਇੱਕ ਸਮੱਸਿਆ ਹੈ ਕਿ ਉਹਨਾਂ ਦਾ ਕੋਈ ਲੇਡੀਜ਼ ਬਾਥਰੂਮ ਹੀ ਨਹੀਂ ਹੈ ਕਈ ਫੈਕਟਰੀਆਂ ਦੇ ਵਿੱਚ ਸਿਰਫ ਇੱਕੋ ਬਾਥਰੂਮ ਹੈ ਕਿ ਉੱਥੇ ਹੀ ਮਰਦ ਜਾਣ ਤੇ ਉੱਥੇ ਹੀ ਔਰਤਾਂ ਜਾਣ ਔਰ ਉੱਥੇ ਬਹੁਤ ਸਾਰੀਆਂ ਬਿਮਾਰੀਆਂ ਲਵਾ ਕੇ ਉਹ ਘਰ ਨੂੰ ਆਉਂਦੀਆਂ ਨੇ ਸੋ ਇਹ ਜਿਹੜੇ ਕਹਿਣ ਨੂੰ ਛੋਟੇ ਛੋਟੇ ਮੁੱਦੇ ਨੇ ਪਰ ਇਹ ਬਹੁਤ ਵੱਡੇ ਮੁੱਦੇ ਨੇ ਔਰ ਜੇ ਕੋਈ
ਔਰਤ ਆਪਣੇ ਸਰੀਰ ਦੇ ਪ੍ਰਤੀ ਕੋਈ ਗੱਲ ਕਰ ਲੈਂਦੀ ਹੈ, ਆਪਣੇ ਸਰੀਰ ਨੂੰ ਮੁੱਖ ਰੱਖ ਕੇ ਕੋਈ ਗੱਲ ਕਰ ਲੈਂਦੀ ਹੈ, ਤਾਂ ਉਹਨੂੰ ਉਹਦੇ ਤੇ ਟੈਗ ਲਗਾ ਦਿੱਤਾ ਜਾਂਦਾ ਚਰਿੱਤਰਹੀਣ ਦਾ, ਕਰੈਕਟਰਲੈਸ ਦਾ। ਸੋ ਔਰਤਾਂ ਇਸ ਕਰਕੇ ਵੀ ਜਿਹੜੇ ਆਪਣੇ ਮੁੱਦੇ ਉਠਾਉਣ ਤੋਂ ਡਰਦੀਆਂ ਨੇ ਜੀ। ਪਰ ਗੱਲ ਇਹ ਹੈ ਕਿ ਕੁਸਮ ਜੀ ਵੀ ਇਹ ਹੁਣ ਡਰ ਤੋਂ ਤਾਂ ਉੱਠਣਾ ਹੀ ਪਏਗਾ, ਇਹ ਕਿਸੇ ਨੇ ਨਹੀਂ ਉਠਾਉਣਾ। ਇਹ ਜਦ ਤੱਕ ਅਸੀਂ ਆਪ ਨਹੀਂ ਕੋਸ਼ਿਸ਼ ਕਰਦੇ ਤਦ ਤੱਕ ਕੁਝ ਨਹੀਂ ਹੋ ਸਕਦਾ। ਸੋ ਮੈਨੂੰ ਲੱਗਦਾ ਵੀ ਜਦੋਂ ਵੀ ਕਿਤੇ ਵੀ ਕੋਈ ਵੀ ਤੁਹਾਡੇ ਕੋਲ ਵੋਟ ਮੰਗਣ ਆਵੇ ਤਾਂ ਅਸੀਂ ਉਹਨੂੰ ਜ਼ਰੂਰ ਸਵਾਲ ਕਰਨ ਦੀ ਜ਼ਰੂਰਤ ਰੱਖੀਏ, ਜੋ ਕਿ ਅੱਜ ਕੱਲ ਬਹੁਤੇ ਲੋਕ ਕਰ ਰਹੇ ਨੇ। ਅਸੀਂ ਔਰਤਾਂ ਵੀ ਮੋਹਰੇ ਹੋ ਕੇ ਸਵਾਲ ਕਰੀਏ, ਭਾਈ ਸਾਡੇ ਲਈ ਤੁਸੀਂ ਕੀ ਕੀਤਾ, ਸਾਡੀ ਸੁਰੱਖਿਆ ਨੂੰ ਲੈ ਕੇ ਤੁਸੀਂ ਕੀ ਕੀਤਾ, ਸਾਡੇ ਹੱਕਾਂ ਨੂੰ ਲੈ ਕੇ ਤੁਸੀਂ ਅੱਜ ਤੱਕ ਕੀ ਕੀਤਾ, ਹਨਾ। ਤੇ ਉਸ ਤੋਂ ਇਲਾਵਾ ਅਸੀਂ ਆਪਣੇ ਸਿਰ ਦੀ ਵਰਤੋਂ ਕਰਕੇ ਆਪ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਬਾਰੇ ਸੋਚੀਏ ਔਰ ਵੋਟ ਦੇ ਅਧਿਕਾਰ ਨੂੰ ਸੋਚ ਸਮਝ ਕੇ ਜ਼ਰੂਰ ਵਰਤੀਏ। ਇਹ ਦੋਵੇਂ ਚੀਜ਼ਾਂ ਅਲੱਗ-ਅਲੱਗ ਨੇ, ਹਨਾ। ਕਿ ਅਸੀਂ ਹੁਣ ਜਿਹਨੂੰ ਵੋਟ ਪਾਤੀ 5 ਸਾਲ ਸਾਨੂੰ ਉਹਦੇ ਤਾਂ ਹੀ ਕੰਮ ਪੈਣਾ ਹੈ, ਇਹ ਗੱਲ ਸੋਚੇ ਬਿਨਾਂ ਬਹੁਤੀ ਵਾਰ ਅਸੀਂ ਵੋਟ ਇਸ ਲਈ ਪਾਉਣੇ ਵੀ ਲੈ ਸਾਨੂੰ ਤਾਂ ਸਰਪੰਚ ਦਾ ਹੀ ਕੰਮ ਪੈਣਾ ਹੈ, ਜਿਹਨੂੰ ਸਰਪੰਚ ਕਹਿੰਦਾ ਉਹਨੂੰ ਵੋਟ ਪਾ ਦਈਏ, ਹਨਾ। ਅਸੀਂ ਇਹ ਚੀਜ਼ਾਂ ਪਾਸੇ ਰੱਖ ਕੇ ਜਾਗ ਕੇ ਇਸ ਸਿਰ ਤੋਂ ਕੰਮ ਲੈ ਕੇ ਤੇ ਫਿਰ ਵੋਟ ਦੀ ਵਰਤੋਂ ਕਰੀਏ। ਔਰ ਮਰਦਾਂ ਨੂੰ ਵੀ ਚਾਹੀਦਾ ਵੀ ਆਪਣੇ ਘਰ ਦੀਆਂ ਔਰਤਾਂ ਨੂੰ ਇੰਨਾ ਕੁ ਆਤਮ ਨਿਰਭਰ ਕਰਨ ਵੀ ਉਹ ਸਵਾਲ ਪੁੱਛ ਸਕਣ, ਘਰੇ ਜਾ ਕੇ ਉਹਨਾਂ ਨੂੰ ਇਹ ਤਾਨਾ ਨਾ ਮੰਨ ਲੈ ਮੈਂ ਬੈਠਾ ਸੀ ਤੂੰ ਸਵਾਲ ਕਿਉਂ ਪੁੱਛਿਆ, ਇਹ ਗੱਲ ਨਾ ਹੋਵੇ। ਜਦੋਂ ਇਹ ਗੱਲਾਂ ਖਤਮ ਹੋਣਗੀਆਂ ਫੇਰ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਪਰ ਫਿਲਹਾਲ ਆਪਾਂ ਹੁਣ ਚੱਲੀਏ ਜੀ, ਸਾਡੇ ਜਾਣ ਦਾ ਵੇਲਾ ਹੋ ਗਿਆ। ਕੱਲ ਨੂੰ ਤੁਹਾਡੇ ਨਾਲ ਨਵੀਆਂ ਗੱਲਾਂ ਬਾਤਾਂ ਲੈ ਕੇ ਦੁਬਾਰਾ ਤੋਂ ਅਸੀਂ ਹਾਜ਼ਰ ਹੋਵਾਂਗੇ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।